ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਸਟੇਟ ਆ ਜਿਹੜੀ, ਸਰਕਾਰ ਆ ਜਿਹੜੀ, ਜਦੋਂ ਪਾਲਿਸੀਆਂ ਬਣਾਉਂਦੀ ਆ ਤਾਂ ਉਹ ਆਪਣੇ ਮਨ ਵਿੱਚ ਕਿਸ ਤਰ੍ਹਾਂ ਦੇ ਸਿਧਾਂਤ ਰੱਖੇ ਵੀ ਆਹ ਕੁਛ ਸਿਧਾਂਤ ਆ ਜਿਹੜੇ ਸਟੇਟ ਨੇ ਪਾਲਿਸੀਆਂ ਬਣਾਉਣ ਵੇਲੇ ਆਪਣੇ ਮਨ ਵਿੱਚ ਰੱਖਣੇ ਆ। ਇਹਨੂੰ ਕਹਿੰਦੇ ਜੀ DPSP, ਅੰਗਰੇਜ਼ੀ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਪੜ੍ਹਦੇ ਹਾਂ ਜੀ। ਇਹ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਆ? ਇਹ ਹੈ ਜੀ ਭਾਗ 4 ਵਿੱਚ। ਜਿਹੜਾ ਯਾਦ ਕਰੋ, ਜਿਹੜੇ ਫੰਡਾਮੈਂਟਲ ਰਾਈਟ ਸੀ ਉਹ ਸੰਵਿਧਾਨ ਦੇ ਕਿਸ ਭਾਗ ਵਿੱਚ ਸੀ? ਭਾਗ 3 ਵਿੱਚ। ਤੇ ਡਾਇਰੈਕਟਿਵ ਪ੍ਰਿੰਸੀਪਲ ਆ ਭਾਗ 4 ਵਿੱਚ। ਕਿੰਨੇ ਤੋਂ ਕਿੰਨੇ ਆਰਟੀਕਲ ਤੱਕ ਡਾਇਰੈਕਟਿਵ ਪ੍ਰਿੰਸੀਪਲ ਆ ਜੀ? 36 ਤੋਂ 51 ਤੱਕ। 36 ਤੋਂ 51 ਤੱਕ। ਠੀਕ, ਇਹ ਦੇਖ ਲੈਣਾ ਤੁਸੀਂ। ਇਹ ਵਿਚਾਰ, ਇਹ ਆਈਡੀਆ, ਡਾਇਰੈਕਟਿਵ ਪ੍ਰਿੰਸੀਪਲ ਵਾਲਾ ਆਈਡੀਆ ਅਸੀਂ ਕਿਹੜੇ ਸੰਵਿਧਾਨ ਤੋਂ ਲਿਆ ਜੀ? ਇਹ ਹੈ ਜੀ ਆਇਰਿਸ਼ ਸੰਵਿਧਾਨ ਤੋਂ। ਇਹ ਪੁੱਛਿਆ ਜਾ ਸਕਦਾ। ਡਾਕਟਰ ਅੰਬੇਦਕਰ ਨੇ ਇਹਨਾਂ ਸਿਧਾਂਤਾਂ ਨੂੰ ਨੋਬਲ ਵਿਸ਼ੇਸ਼ਤਾਵਾਂ ਕਿਹਾ ਸੀ। ਇਹ ਪੁੱਛਿਆ ਜਾ ਸਕਦਾ ਕਿ ਸੰਵਿਧਾਨ ਦੀਆਂ ਕਿਹੜੀਆਂ ਫੀਚਰਸ ਨੂੰ, ਕਿਹੜੀਆਂ ਗੱਲਾਂ ਨੂੰ ਡਾਕਟਰ ਅੰਬੇਦਕਰ ਨੇ ਨੋਬਲ ਫੀਚਰਸ ਕਿਹਾ। ਉਹ ਸੀ ਜੀ ਡਾਇਰੈਕਟਿਵ ਪ੍ਰਿੰਸੀਪਲਸ, ਵੀ ਇਹ ਨੋਬਲ ਫੀਚਰਸ ਆ, ਉੱਚ ਦਰਜੇ ਦੀਆਂ ਗੱਲਾਂ ਆ। ਡਾਕਟਰ ਅੰਬੇਦਕਰ ਨੇ ਕਿਹਾ ਸੀ, ਨੀਤੀਆਂ ਘੜਨ ਅਤੇ ਕਾਨੂੰਨ ਬਣਾਉਣ ਸਮੇਂ ਜਦੋਂ ਰਾਜ ਨਵੀਆਂ ਪਾਲਿਸੀਆਂ ਲੈ ਕੇ ਆਉਂਦਾ ਜਾਂ ਕੋਈ ਕਾਨੂੰਨ ਬਣਾਉਂਦਾ ਤਾਂ ਉਸ ਸਮੇਂ ਉਸਨੂੰ ਡਾਇਰੈਕਟਿਵ ਪ੍ਰਿੰਸੀਪਲ ਧਿਆਨ ਵਿੱਚ ਰੱਖਣੇ ਹੁੰਦੇ ਆ। ਰਾਜ ਨੂੰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ DPSPs ਨੂੰ ਆਦਰਸ਼ਾਂ ਵਜੋਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਕੀ ਆ? ਇਹ ਉਹਦੇ ਆਈਡੀਅਲਸ ਆ। ਇਹ ਪ੍ਰਿੰਸੀਪਲਸ ਮਨ ਵਿੱਚ ਰੱਖਣੇ ਆ ਜਦੋਂ ਕੋਈ ਪਾਲਿਸੀ ਬਣਾਉਣੀ ਆ ਜਾਂ ਕੋਈ ਵਿਧਾਨ ਬਣਾਉਣਾ ਆ, ਕਾਨੂੰਨ ਬਣਾਉਣਾ ਆ। ਠੀਕ ਹੈ ਜੀ। ਹੋਰ ਦੇਖ ਲਓ ਜੀ, ਮੇਨ ਮੋਟਿਵ ਕੀ ਆ? ਡਾਇਰੈਕਟਿਵ ਪ੍ਰਿੰਸੀਪਲਸ ਦਾ ਮੇਨ ਮੋਟਿਵ ਕੀ ਆ? ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ, ਨਾ ਕਿ ਪੁਲਿਸ ਰਾਜ ਦੀ। ਇਹ ਆਪਾਂ ਸਮਝੀਏ ਕਿ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ਾਂ ਦਾ ਰਾਜ ਕੀ ਆ? ਅੰਗਰੇਜ਼ਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀ, ਇੱਕ ਬਸਤੀ ਬਣਾ ਕੇ ਰੱਖਿਆ ਸੀ, ਕਲੋਨੀ ਬਣਾ ਕੇ ਰੱਖਿਆ ਸੀ। ਤੇ ਉਸ ਕਲੋਨੀ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਹਨਾਂ ਨੂੰ ਕੀ ਆ? ਡੰਡੇ ਦੀ ਲੋੜ ਸੀ। ਤਾਂ ਇਸ ਕਰਕੇ ਉਹਨਾਂ ਦਾ ਰਾਜ ਕੀ ਸੀ? ਇੱਕ ਪੁਲਿਸ ਰਾਜ ਸੀ। ਪਰ ਆਜ਼ਾਦੀ ਤੋਂ ਬਾਅਦ ਦੂਸਰਾ ਕੰਸੈਪਟ ਆਇਆ ਕਿ ਅਸੀਂ ਜਿਹੜਾ ਹੈ ਆਪਣੇ ਦੇਸ਼ ਦਾ ਭਲਾ ਕਰਨਾ ਆ, ਵੈਲਫੇਅਰ ਕਰਨਾ ਆ, ਸਾਰਿਆਂ ਨੂੰ ਕੀ ਆ? ਉਹਨਾਂ ਦੇ ਬਰਾਬਰ ਦੇ ਹੱਕ ਦੇਣੇ ਆ, ਉਹਨਾਂ ਦਾ ਕਲਿਆਣ ਕਰਨਾ ਆ। ਤੇ ਇਸ ਲਈ ਡਾਇਰੈਕਟਿਵ ਪ੍ਰਿੰਸੀਪਲ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨ ਦੇ ਉਦੇਸ਼ ਨਾਲ ਰੱਖੇ ਗਏ ਆ। ਇਹਨਾਂ ਦਾ ਕੀ ਉਦੇਸ਼ ਆ? ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ, ਨਾ ਕਿ ਪੁਲਿਸ ਰਾਜ ਦੀ। ਪਹਿਲਾਂ ਅੰਗਰੇਜ਼ਾਂ ਦੇ ਸਮੇਂ ਬਸਤੀਵਾਦੀ ਉਹ ਦੌਰ ਸੀ, ਉਸ ਵੇਲੇ ਪੁਲਿਸ ਰਾਜ ਸੀ। ਤਾਂ ਇਸ ਦੇ ਉਲਟ ਹੁਣ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨੀ ਸੀ, ਨਾ ਕਿ ਪੁਲਿਸ ਰਾਜ ਦੀ। ਤੇ ਆਮ ਜਨਤਾ ਦੀ ਭਲਾਈ ਕਰਨੀ ਸੀ, ਭਲਾਈ ਵਾਲਾ ਰਾਜ ਲੈ ਕੇ ਆਉਣਾ ਸੀ। ਆਰਥਿਕ ਅਤੇ ਸਮਾਜਿਕ ਲੋਕਤੰਤਰ ਦੀ ਸਥਾਪਨਾ ਕਰਨਾ। ਅਸੀਂ ਪੜ੍ਹਿਆ ਕਿ ਫੰਡਾਮੈਂਟਲ ਰਾਈਟਸ ਦਾ ਮੁੱਖ ਉਦੇਸ਼ ਕੀ ਸੀਗਾ? ਪੋਲੀਟੀਕਲ ਡੈਮੋਕ੍ਰੇਸੀ ਲੈ ਕੇ ਆਉਣਾ। ਪੋਲੀਟੀਕਲ ਡੈਮੋਕ੍ਰੇਸੀ ਤੇ ਡਾਇਰੈਕਟਿਵ ਪ੍ਰਿੰਸੀਪਲਸ ਦਾ ਕੀ ਏਮ ਆ? ਪ੍ਰਮੁੱਖ ਇਕਨੋਮਿਕ ਤੇ ਸੋਸ਼ਲ ਡੈਮੋਕ੍ਰੇਸੀ ਲੈ ਕੇ ਆਉਣਾ, ਆਰਥਿਕ ਤੇ ਸਮਾਜਿਕ ਲੋਕਤੰਤਰ ਦੀ ਸਥਾਪਨਾ ਕਰਨਾ। ਠੀਕ ਹੈ ਜੀ। ਇਹ ਜਿਹੜੇ ਪ੍ਰਿੰਸੀਪਲਸ ਹੁੰਦੇ ਆ, ਇਹਨਾਂ ਦੀ ਜਿਹੜੀ ਨੇਚਰ ਆ, ਇਹ ਕੀ ਆ? ਗੈਰ ਨਿਆਂਯੋਗ, ਨੋਨ ਜਸਟਿਸੇਬਲ ਆ। ਨੋਨ ਜਸਟਿਸੇਬਲ ਦਾ ਮਤਲਬ ਵੀ ਜੇ ਡਾਇਰੈਕਟਿਵ ਪ੍ਰਿੰਸੀਪਲਸ ਦੀ ਉਲੰਘਣਾ ਹੁੰਦੀ ਆ ਤਾਂ ਕੋਈ ਬੰਦਾ ਕੋਰਟ ਵਿੱਚ ਨਹੀਂ ਜਾ ਸਕਦਾ। ਇਹ ਨਹੀਂ ਕਹਿ ਸਕਦਾ ਕਿ ਇਹ ਵਾਲਾ ਡਾਇਰੈਕਟਿਵ ਪ੍ਰਿੰਸੀਪਲ ਸਰਕਾਰ ਨੇ ਨਹੀਂ ਲਾਗੂ ਕੀਤਾ। ਫੰਡਾਮੈਂਟਲ ਰਾਈਟਸ ਨਿਆਂਯੋਗ ਹਨ, ਉਹ ਜਸਟਿਸੇਬਲ ਹਨ ਕਿ ਜਦੋਂ ਫੰਡਾਮੈਂਟਲ ਰਾਈਟ ਦੀ ਉਲੰਘਣਾ ਹੁੰਦੀ ਆ ਤਾਂ ਕੋਈ ਬੰਦਾ ਕੋਰਟ ਵਿੱਚ ਜਾ ਸਕਦਾ, ਉਹਨਾਂ ਨੂੰ ਲਾਗੂ ਕਰਵਾ ਸਕਦਾ। ਪਰ ਡਾਇਰੈਕਟਿਵ ਪ੍ਰਿੰਸੀਪਲ ਨੋਨ ਜਸਟਿਸੇਬਲ ਆ, ਗੈਰ ਨਿਆਂਯੋਗ ਆ। ਮਤਲਬ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਦੇਖੋ ਜੀ ਸਰਕਾਰ ਨੇ ਡਾਇਰੈਕਟਿਵ ਪ੍ਰਿੰਸੀਪਲ ਲਾਗੂ ਨਹੀਂ ਕੀਤਾ, ਇਸ ਲਈ ਮੈਂ ਕੋਰਟ ਚੱਲਾ ਆ ਤੇ ਸਰਕਾਰ ਖਿਲਾਫ ਕੇਸ ਕਰਾਂਗਾ। ਨਹੀਂ, ਜੇ ਸਰਕਾਰ ਨੇ ਨਹੀਂ ਡਾਇਰੈਕਟਿਵ ਪ੍ਰਿੰਸੀਪਲ ਲਾਗੂ ਕੀਤਾ ਤਾਂ ਤੁਸੀਂ ਕੋਰਟ ਨਹੀਂ ਜਾ ਸਕਦੇ। ਪਰ ਫਿਰ
ਫਿਰ ਵੀ ਸੰਵਿਧਾਨ ਦੀ ਧਾਰਾ 37 ਵਿੱਚ ਲਿਖਿਆ ਹੈ। ਕੀ ਲਿਖਿਆ ਜੀ? ਅੰਗਰੇਜ਼ੀ ਵਿੱਚ ਪੜ੍ਹ ਲੈਂਦੇ ਹਾਂ ਕਿ ਡਾਇਰੈਕਟਿਵ ਪ੍ਰਿੰਸੀਪਲਸ ਆ ਜਿਹੜੇ, these are fundamental in the governance of the country। ਇਹ ਗੱਲ ਲਿਖੀ ਆ ਕਿ ਦੇਸ਼ ਦੀ ਗਵਰਨੈਂਸ ਵਿੱਚ ਇਹ ਪ੍ਰਿੰਸੀਪਲ ਫੰਡਾਮੈਂਟਲ ਆ। ਚਾਹੇ ਇਹ ਨੌਨ ਜਸਟਿਸਏਬਲ ਆ, ਪਰ ਫਿਰ ਵੀ ਫੰਡਾਮੈਂਟਲ ਆ, ਬਹੁਤ ਜ਼ਰੂਰੀ ਆ। ਐਂਡ ਇਟ ਸ਼ੈਲ ਬੀ the duty of the state to apply these principles in making laws। ਤੇ ਇਸ ਕਰਕੇ ਸਟੇਟ ਦੀ ਇਹ ਜ਼ਿੰਮੇਵਾਰੀ ਆ ਕਿ ਜਦੋਂ ਉਹ ਕਾਨੂੰਨ ਬਣਾਵੇ ਤਾਂ ਇਹ ਪ੍ਰਿੰਸੀਪਲ ਨੂੰ ਕੀ ਆ ਮਨ ਵਿੱਚ ਰੱਖੇ, ਹੈ ਨਾ, ਇਹ ਪ੍ਰਿੰਸੀਪਲ ਨੂੰ ਵੀ ਅਪਲਾਈ ਕਰੇ। ਠੀਕ ਹੈ ਨਾ, these are fundamental। ਇਹ ਸਾਡਾ ਧਾਰਾ 37 ਕਹਿੰਦੀ ਆ ਕਿ ਡਾਇਰੈਕਟਿਵ ਪ੍ਰਿੰਸੀਪਲ ਦੇਸ਼ ਦੇ ਸ਼ਾਸਨ ਚਲਾਉਣ ਵਿੱਚ ਬੁਨਿਆਦੀ ਸਿਧਾਂਤ ਹਨ, ਫੰਡਾਮੈਂਟਲ ਆ, ਤਾਂ ਅਸੀਂ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਅਤੇ ਕਾਨੂੰਨ ਬਣਾਉਣ ਵਿੱਚ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨਾ ਰਾਜ ਦਾ ਫਰਜ਼ ਹੋਵੇਗਾ। ਠੀਕ ਹੈ ਜੀ। ਅਦਾਲਤ ਕਿਸੇ ਕਾਨੂੰਨ ਦੀ ਸੰਵਿਧਾਨਿਕ ਵੈਧਤਾ ਦੀ ਜਾਂਚ ਅਤੇ ਨਿਰਧਾਰਨ ਕਰਨ ਲਈ ਇਹਨਾਂ ਸਿਧਾਂਤਾਂ ਦੀ ਮਦਦ ਲੈਂਦੀ ਹੈ। ਜਦੋਂ ਕੋਈ ਕੇਸ ਆ ਅਦਾਲਤ ਦੇ ਅੱਗੇ ਕੌਨਸਟੀਟਿਊਸ਼ਨਲ ਕੋਈ ਪ੍ਰਸ਼ਨ ਉੱਠ ਜਾਂਦਾ ਆ ਵੀ ਹਾਂ ਵੀ ਇਹ ਚੀਜ਼ ਕੌਨਸਟੀਟਿਊਸ਼ਨਲੀ ਵੈਲਿਡ ਆ ਜਾਂ ਨਹੀਂ, ਉਸ ਵੇਲੇ ਡਾਇਰੈਕਟਿਵ ਪ੍ਰਿੰਸੀਪਲ ਕਾਫੀ ਸਹਾਇਤਾ ਕਰਦੇ ਆ। The court take help from these principles for examining and determining the constitutional validity of a law। ਠੀਕ ਹੈ ਜੀ, ਵੀ ਕੋਈ ਲਾ, ਕੋਈ ਕਾਨੂੰਨ ਸੰਵਿਧਾਨਿਕ ਰੂਪ ਵਿੱਚ ਵੈਲਿਡ ਹੈ ਜਾਂ ਨਹੀਂ ਆ, ਤਾਂ ਇਹ ਡਿਟਰਮਾਈਨ ਕਰਨ ਲਈ ਕੋਰਟ ਕੀ ਆ, ਇਸ ਪ੍ਰਿੰਸੀਪਲਸ ਦੀ ਕੀ ਆ ਹੈਲਪ ਲੈਂਦੀ ਆ। ਅੱਛਾ ਜੀ, ਅੱਗੇ ਹੈ ਜੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦਾ ਵਰਗੀਕਰਨ। ਅਸੀਂ ਇਹਨੂੰ ਕਿੰਨਾ ਭਾਗਾਂ ਵਿੱਚ ਵੰਡ ਸਕਦੇ ਹਾਂ। ਇਹ ਗੱਲ ਯਾਦ ਰੱਖਿਓ ਕਿ ਸੰਵਿਧਾਨ ਵਿੱਚ ਕੋਈ ਇਸ ਤਰ੍ਹਾਂ ਨਹੀਂ ਵੰਡ ਕੀਤੀ ਗਈ, ਉੱਥੇ ਤਾਂ ਡਾਇਰੈਕਟਿਵ ਪ੍ਰਿੰਸੀਪਲ ਵੈਸੇ ਲਿਖ ਦਿੱਤੇ ਗਏ ਆ, ਪਰ ਅਸੀਂ ਆਪਣੀ ਸਹੂਲਤ ਮੁਤਾਬਿਕ ਜਿਹੜੇ ਵਿਦਵਾਨ ਆ ਉਹਨਾਂ ਨੇ ਕੀ ਕੀਤਾ, ਇਹਨਾਂ ਨੂੰ ਕੁਛ ਪੈਰਾਮੀਟਰਸ, ਕੁਛ ਪ੍ਰਿੰਸੀਪਲ ਵਿੱਚ ਵੰਡ ਲਿਆ। DPSPs ਨੂੰ ਇਹਨਾਂ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਆਹ ਕੁਛ ਇਹਨਾਂ ਦੀਆਂ ਕੈਟਾਗਰੀਆਂ ਆ। ਇਹ ਗੱਲ ਸੰਵਿਧਾਨਿਕ ਤੌਰ ਤੇ ਨਹੀਂ ਹੈ ਜੀ, ਸੰਵਿਧਾਨ ਵਿੱਚ ਕੋਈ ਇਸ ਤਰ੍ਹਾਂ ਦਾ ਵਰਗੀਕਰਨ ਨਹੀਂ ਕੀਤਾ ਗਿਆ, ਪਰ ਫਿਰ ਵੀ ਅਸੀਂ ਇਹਨਾਂ ਨੂੰ ਕੁਝ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਸਮਾਜਵਾਦੀ, ਗਾਂਧੀਵਾਦੀ ਅਤੇ ਉਦਾਰਵਾਦੀ ਬੁੱਧੀਜੀਵੀ, ਮੀਨਸ ਸੋਸ਼ਲਿਸਟਿਕ ਸਮਾਜਵਾਦੀ, ਗਾਂਧੀਵਾਦੀ ਤੇ ਲਿਬਰਲ ਇੰਟੈਲੈਕਚੁਅਲ, ਉਦਾਰਵਾਦੀ ਬੁੱਧੀਜੀਵੀ, ਲਿਬਰਲ ਉਦਾਰਵਾਦੀ। ਸਮਾਜਵਾਦੀ ਸਿਧਾਂਤ ਕਿਹੜੇ ਆ, ਕੁਝ ਪੜ੍ਹ ਲੈਂਦੇ ਆ ਜੀ ਅਸੀਂ। ਆਰਟੀਕਲ 38 ਕੀ ਕਹਿੰਦਾ ਆ? ਆਰਟੀਕਲ 38 ਤਹਿਤ ਲੋਕ ਭਲਾਈ ਦਾ ਪ੍ਰਚਾਰ ਕਰਨਾ, ਮੀਨ ਪ੍ਰਮੋਸ਼ਨ ਆਫ ਪੀਪਲਸ ਵੈਲਫੇਅਰ, ਜਨਤਾ ਦੀ ਵੈਲਫੇਅਰ ਨੂੰ ਪ੍ਰਮੋਟ ਕਰਨਾ। ਸਿਕਿਉਰਿੰਗ ਏ ਸੋਸ਼ਲ ਆਰਡਰ ਥਰੂ ਜਸਟਿਸ, ਠੀਕ ਹੈ ਨਾ, ਇੱਕ ਸਮਾਜਿਕ ਆਰਡਰ, ਮੀਨ ਊਚ ਨੀਚ ਨਾ ਹੋਵੇ, ਹੈ ਨਾ, ਉਹਨਾਂ ਜਿਹੜੇ ਪਿਛੜੇ ਲੋਕ ਰਹਿ ਗਏ ਆ ਉਹਨਾਂ ਲਈ ਜਸਟਿਸ ਕਰਨਾ, ਨਿਆਂ ਕਰਨਾ, ਤੇ ਇੱਕ ਬਰਾਬਰ ਵਾਲਾ ਸੋਸ਼ਲ ਆਰਡਰ ਲੈ ਕੇ ਆਉਣਾ। ਜਸਟਿਸ ਦਾ ਮਤਲਬ ਕੀ ਹੁੰਦਾ ਜੀ? ਜਸਟਿਸ 3 ਪ੍ਰਕਾਰ ਦਾ ਮੰਨਿਆ ਜਾਂਦਾ, ਨਿਆਂ 3 ਪ੍ਰਕਾਰ ਦਾ, ਸਮਾਜਿਕ, ਆਰਥਿਕ ਤੇ ਪੋਲੀਟੀਕਲ। ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਇਹ ਗੱਲਾਂ ਹੋ ਗਈਆਂ। ਤੇ ਇਹ ਮਿਨੀਮਾਈਜ਼ ਇਨਇਕੁਐਲਿਟੀਜ਼ ਇਨ ਇਨਕਮ, ਸਟੇਟਸ, ਫੈਸਿਲਿਟੀਜ਼ ਐਂਡ ਓਪਰਚੁਨਿਟੀਜ਼, ਹੈ ਨਾ, ਕਿਸੇ ਦੀ ਆਪਣੀ ਇਨਕਮ ਆ, ਕਿਸੇ ਦੀ ਆਮਦਨੀਆਂ ਵਿੱਚ, ਉਹਨਾਂ ਦਾ ਸਟੇਟਸ ਵਿੱਚ, ਫੈਸਿਲਿਟੀਆਂ ਜਿਹੜੀਆਂ ਮਿਲੀਆਂ ਆ ਤੇ ਹੋਰ ਓਪਰਚੁਨਿਟੀਆਂ ਜਿਹੜੀਆਂ ਮਿਲਦੀਆਂ ਆ, ਇਹਨਾਂ ਸਾਰਿਆਂ ਵਿੱਚ ਕੀ ਆ, ਜਿਹੜੀਆਂ ਗੈਰ ਬਰਾਬਰਤਾਵਾਂ ਆ ਉਹਨਾਂ ਨੂੰ ਘੱਟ ਕਰਨਾ। ਹੁਣ ਤੁਸੀਂ ਕਹੋਗੇ ਸਰ ਜੀ ਉਹਦੀ 5000 ਆ ਤੇ ਉਹਦੀ 7000 ਆ ਤੇ ਉਹਨਾਂ ਦੀ ਤਨਖਾਹ ਬਰਾਬਰ ਹੋਣੀ ਚਾਹੀਦੀ ਆ। 5-7 ਦੀ ਗੱਲ ਨਹੀਂ ਹੋ ਰਹੀ ਇੱਥੇ ਹੈਗੀ ਸਟਾਰਕ ਇਨਕੁਐਲਿਟੀਜ਼, ਜੇ ਗੈਰ ਬਰਾਬਰਤਾ ਬਹੁਤ ਜ਼ਿਆਦਾ ਆ, ਕਿਸੇ ਨੂੰ ਬਹੁਤ ਘੱਟ ਮਿਲਦਾ ਪਿਆ ਆ, ਕਿਸੇ ਨੂੰ ਬਹੁਤ ਜ਼ਿਆਦਾ ਮਿਲਦਾ ਪਿਆ, ਤੇ ਉਹਨਾਂ ਦੇ ਵਿੱਚ ਕੀ ਆ, ਇਹ ਗੈਰ ਬਰਾਬਰਤਾ ਨੂੰ ਘੱਟ ਕਰਨਾ। ਠੀਕ ਹੈ ਨਾ। ਨਿਆਂ ਦੁਆਰਾ ਮਤਲਬ ਜਸਟਿਸ ਦੁਆਰਾ ਸਮਾਜਿਕ ਵਿਵਸਥਾ ਨੂੰ ਸੁਰੱਖਿਅਤ ਕਰਨਾ, ਹੈ ਨਾ, ਸੋਸ਼ਲ ਆਰਡਰ ਨੂੰ ਲੈ ਕੇ ਆਉਣਾ। ਨਿਆਂ ਕਿੰਨੇ ਪ੍ਰਕਾਰ ਦੇ ਹੁੰਦੇ ਜੀ? ਜਸਟਿਸ ਕਿੰਨੇ ਪ੍ਰਕਾਰ ਦੇ? 3, ਸਮਾਜਿਕ, ਆਰਥਿਕ ਅਤੇ ਰਾਜਨੀਤਿਕ। ਆਮਦਨ, ਰੁਤਬੇ, ਸਹੂਲਤਾਂ ਅਤੇ ਮੌਕਿਆਂ ਵਿੱਚ ਅਸਮਾਨਤਾਵਾਂ ਨੂੰ ਘੱਟ ਕਰਨਾ। ਠੀਕ ਹੈ ਜੀ। ਅੱਗੇ ਹੈ ਜੀ ਆਰਟੀਕਲ 39। ਆਰਟੀਕਲ 39 ਕੀ ਕਹਿੰਦਾ? ਇਹ ਇਸ ਵੇਲੇ ਸ਼ਾਇਦ ਨਾ ਤੁਸੀਂ ਇੰਨੇ ਆਰਟੀਕਲ ਦੇ ਇੱਥੇ ਇੰਨਾ ਨਾ ਯਾਦ ਰੱਖ ਪਾਓ। ਆਰਟੀਕਲ 36, ਆਰਟੀਕਲ 39, ਆਰਟੀਕਲ 40 ਫੰਡਾਮੈਂਟਲ ਰਾਈਟ ਵਿੱਚ ਤੁਸੀਂ ਸਾਰੇ ਯਾਦ ਕਰਨੇ ਆ। ਡਾਇਰੈਕਟਿਵ ਪ੍ਰਿੰਸੀਪਲ ਵਿੱਚ ਤੁਸੀਂ ਇੰਪੋਰਟੈਂਟ ਚੱਕ ਲਿਓ। ਠੀਕ, ਸ਼ਾਇਦ ਤੁਹਾਨੂੰ ਸਾਰੇ ਨਾ ਯਾਦ ਹੋ ਪਾਉਣ, ਇੰਪੋਰਟੈਂਟ ਜ਼ਰੂਰ ਚੱਕ ਲਿਓ।
ਰਾਜ ਦੀਆਂ ਨੀਤੀਆਂ ਦਾ ਉਦੇਸ਼ ਹੋਣਾ ਚਾਹੀਦਾ ਹੈ ਕਿ ਜੋ ਸਟੇਟ ਨੀਤੀਆਂ ਲੈ ਕੇ ਆਊਗੀਆਂ, ਪਾਲਿਸੀਆਂ ਲੈ ਕੇ ਆਊਗੀਆਂ, ਉਹਨਾਂ ਦਾ ਕੀ ਉਦੇਸ਼ ਹੋਣਾ ਚਾਹੀਦਾ ਹੈ ਕਿ ਸਾਰੇ ਨਾਗਰਿਕਾਂ ਲਈ ਰੋਜੀ ਰੋਟੀ ਦੇ ਢੁਕਵੇਂ ਸਾਧਨਾਂ ਨੂੰ ਸੁਰੱਖਿਅਤ ਕਰਨਾ। ਸਾਰਿਆਂ ਲਈ ਕੀ ਆ, ਲਿਵਲੀਹੁੱਡ, ਰੋਜੀ ਰੋਟੀ ਉਹ ਕਮਾ ਸਕਣ, ਇਸ ਤਰ੍ਹਾਂ ਦੇ ਸਾਧਨ ਲੈ ਕੇ ਆਉਣੇ। ਇਹ ਕੌਣ ਕਰੇਗਾ? ਰਾਜ, ਮਤਲਬ ਸਰਕਾਰ। ਸਮਾਜ ਦੇ ਪਦਾਰਥਕ ਸਰੋਤਾਂ ਨੂੰ ਬਰਾਬਰ ਵੰਡਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ ਆਮ ਭਲੇ ਲਈ ਹੋਣੀ ਚਾਹੀਦੀ ਹੈ। ਪਦਾਰਥਕ ਸਰੋਤ ਜਿੰਨੇ ਵੀ ਸਾਡੇ ਮਟੀਰੀਅਲ ਰਿਸੋਰਸਿਸ ਆ ਸਾਰੇ ਸੋਸਾਇਟੀ ਦੇ, ਉਹਦੇ ਵਿੱਚ ਕਿਸੇ ਇੱਕ ਵਰਗ ਦਾ ਅਧਿਕਾਰ ਨਾ ਹੋਣਾ ਚਾਹੀਦਾ, ਉਹ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਆ, ਤਾਂ ਉਹਨਾਂ ਦੀ ਵਰਤੋਂ ਆਮ ਭਲਾਈ ਲਈ ਹੋਣੀ ਚਾਹੀਦੀ ਆ। ਠੀਕ ਹੈ ਨਾ। ਇਹ ਕੀ ਆ, ਇਹ ਸਮਾਜ ਦੇ ਭਲੇ ਦੀ ਗੱਲਾਂ ਹੋ ਰਹੀਆਂ ਨਾ, ਧਿਆਨ ਨਾਲ ਦੇਖੋ, ਇਹ ਸਮਾਜ ਦੇ ਭਲੇ ਦੀ ਗੱਲਾਂ ਹੋ ਰਹੀਆਂ ਕਿ ਉਹਨਾਂ ਨੂੰ ਬਰਾਬਰ ਹੱਕ ਦਿਓ, ਗੈਰ ਬਰਾਬਰਤਾ ਘਟਾਓ, ਹੈ ਨਾ, ਨਿਆਂ ਲੈ ਕੇ ਆਓ। ਇਹ ਸਾਰੇ ਕੀ ਆ ਫਿਰ ਉਸ ਹਿਸਾਬ ਨਾਲ ਕੀ ਹੋ ਗਏ ਇਹ, ਹੈ ਨਾ। ਦੇਖੋ ਲੋਕ ਭਲਾਈ ਦੀ ਗੱਲ ਕਰੋ, ਇਹ ਸਮਾਜਵਾਦੀ ਸਿਧਾਂਤ ਹੋ ਗਏ। ਤੁਹਾਨੂੰ ਇਸ ਤਰ੍ਹਾਂ ਡਿਸਟਿੰਗੁਇਸ਼ ਕਰਨਾ ਆਉਣਾ ਚਾਹੀਦਾ ਆ। ਤੁਸੀਂ ਸਿਧਾਂਤ ਨੂੰ ਪੜ੍ਹੋ, ਥੋੜ੍ਹਾ ਦਿਮਾਗ ਲਗਾਓ ਅਤੇ ਤੁਸੀਂ ਸਮਝ ਲਓ ਹਾਂ ਵੀ ਆਹ ਸਭ ਜਿਹੜੇ ਹੈ ਸਿਧਾਂਤ ਉਹ ਸਮਾਜਵਾਦੀ ਆ, ਆਹ ਸਿਧਾਂਤ ਗਾਂਧੀਅਨ ਆ, ਤਾਂ ਜਿਹੜੇ ਬਚ ਗਏ ਉਹ ਕੀ ਆ, ਲਿਬਰਲ ਇੰਟੈਲੈਕਚੁਅਲ। ਅੱਛਾ ਜੀ, ਓਕੇ। ਪੈਦਾਵਾਰ ਦੇ ਸਾਧਨਾਂ, ਇਹਨਾਂ ਦੇ ਨਾਲ ਦੌਲਤ ਦੇ ਕੇਂਦਰੀਕਰਨ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪੈਦਾਵਾਰ ਦੇ ਸਾਧਨ, ਪੈਦਾਵਾਰ ਦੇ ਸਾਧਨ ਦੇਖੋ ਕੀ ਹੁੰਦੇ ਪੈਦਾਵਾਰ ਦੇ ਸਾਧਨ, ਲੈਂਡ, ਇੰਡਸਟਰੀ, ਹੈ ਨਾ, ਇਹ ਸਾਰੇ ਪੈਦਾਵਾਰ ਦੇ ਸਾਧਨ ਆ। ਇਸ ਦੇ ਨਾਲ ਦੌਲਤ ਦੇ ਕੇਂਦਰੀਕਰਨ ਨੂੰ, ਵੀ ਜਿਹੜਾ ਧਨ ਆ, ਵੈਲਥ ਆ, ਉਹ ਕਿਸੇ ਖਾਸ ਵਰਗ ਦੇ ਹੱਥ ਵਿੱਚ ਨਾ ਆ ਜਾਏ ਸਾਰਾ, ਇਹ ਸਭ ਨੂੰ ਰੋਕਿਆ ਜਾਣਾ ਚਾਹੀਦਾ ਹੈ। ਮਰਦ ਅਤੇ ਔਰਤ ਦੋਵਾਂ ਨੂੰ ਬਰਾਬਰ ਕੰਮ ਕਰਨ ਲਈ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ। ਮਰਦ ਅਤੇ ਔਰਤ ਜੇ ਸੇਮ ਕੰਮ ਕੀਤਾ ਤੇ ਉਹਨਾਂ ਨੂੰ ਸੇਮ ਤਨਖਾਹ ਮਿਲਣੀ ਚਾਹੀਦੀ ਹੈ। ਇਹ ਵੀ ਕੀ ਆ, ਬਰਾਬਰਤਾ ਦਾ ਕੰਸੈਪਟ ਆ ਗਿਆ, ਸਮਾਜ ਦੀ ਭਲਾਈ ਦਾ ਕੰਸੈਪਟ ਆ ਗਿਆ। ਇਹ ਸਮਾਜਵਾਦੀ ਸੋਸ਼ਲਿਸਟਿਕ ਪ੍ਰਿੰਸੀਪਲ ਹੋ ਗਏ। ਅੱਗੇ ਦੇਖਦੇ ਹਾਂ ਜੀ, ਮਜ਼ਦੂਰਾਂ, ਮਰਦਾਂ ਅਤੇ ਔਰਤਾਂ ਅਤੇ ਬੱਚਿਆਂ ਨੂੰ ਜ਼ਬਰਦਸਤੀ ਸ਼ੋਸ਼ਣ, ਭਾਵ ਜ਼ਬਰਦਸਤੀ ਮਜ਼ਦੂਰੀ, ਇਸ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਵੀ ਇਹਨਾਂ ਕੋਲੋਂ ਜ਼ਬਰਦਸਤੀ ਮਜ਼ਦੂਰੀ ਨਹੀਂ ਕਰਾਉਣੀ। ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਉਚਿਤ ਮੌਕੇ ਪ੍ਰਦਾਨ ਕਰਨੇ। ਕੌਣ ਮੌਕੇ ਪ੍ਰਦਾਨ ਕਰੇਗਾ? ਰਾਜ, ਸਟੇਟ। ਠੀਕ, ਕਿ ਉਹਨਾਂ ਦਾ ਪ੍ਰੋਪਰ ਹੈਲਦੀ ਡਿਵੈਲਪਮੈਂਟ ਹੋਵੇ ਬੱਚਿਆਂ ਦੀ। ਇਸ ਤਰ੍ਹਾਂ ਦਾ ਕੁਐਸਚਨ ਆ ਜਾਂਦੇ ਆ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਉਚਿਤ ਮੌਕੇ ਪ੍ਰਦਾਨ ਕਰਨਾ, ਇਹ ਕਿਹੜਾ ਪ੍ਰਿੰਸੀਪਲ ਆ? ਇਹ ਸੋਸ਼ਲਿਸਟਿਕ ਪ੍ਰਿੰਸੀਪਲ ਆ, ਸਮਾਜਵਾਦੀ ਪ੍ਰਿੰਸੀਪਲ ਆ, ਸਿਧਾਂਤ ਆ। ਆਰਟੀਕਲ 39A ਇਹ ਕੀ ਕਹਿੰਦਾ ਜੀ? ਗਰੀਬਾਂ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਪ੍ਰੋਵਾਈਡ ਕਰੋ। ਠੀਕ ਹੈ, ਹੁਣ ਗਰੀਬ ਆ, ਜੇ ਉਹਨਾਂ ਦੇ ਖਿਲਾਫ ਕੇਸ ਹੋ ਜਾਏ ਤਾਂ ਉਹ ਕੀ ਆ, ਵਕੀਲ ਵਗੈਰਾ ਨੂੰ ਹਾਇਰ ਨਹੀਂ ਕਰ ਸਕਦੇ, ਵਕੀਲ ਦੀ ਸੇਵਾ ਨਹੀਂ ਲੈ ਸਕਦੇ, ਉਹਨਾਂ ਕੋਲ ਇੰਨੀ ਫੀਸ, ਪੈਸੇ ਨਹੀਂ ਹੁੰਦੇ ਕਿ ਵਕੀਲ ਦੀ ਫੀਸ ਦੇ ਸਕੇ। ਤਾਂ ਇਹ ਸਭ ਲਈ ਫਿਰ ਸਰਕਾਰ ਵੱਲੋਂ ਉਹਨਾਂ ਨੂੰ ਵਕੀਲ ਦਿੱਤਾ ਜਾਂਦਾ ਆ ਅਤੇ ਗਰੀਬਾਂ ਨੂੰ ਵੀ ਬਰਾਬਰ ਨਿਆਂ ਮਿਲੇ, ਮੁਫਤ ਕਾਨੂੰਨੀ ਸਹਾਇਤਾ ਮਿਲੇ, ਤਾਂ ਜੋ ਕਿਸੇ ਵੀ ਨਾਗਰਿਕ ਨੂੰ ਆਰਥਿਕ ਜਾਂ ਹੋਰ ਅਸਮਰਥਾਵਾਂ ਦੇ ਕਾਰਨ ਨਿਆਂ ਪ੍ਰਾਪਤ ਕਰਨ ਦੇ ਮੌਕੇ ਤੋਂ ਇਨਕਾਰ ਨਾ ਕੀਤਾ ਜਾ ਸਕੇ। ਠੀਕ ਹੈ, ਜੇ ਕੋਈ ਉਹ ਪੈਸੇ ਪੱਖੋਂ ਕਮਜ਼ੋਰ ਆ ਅਤੇ ਉਹ ਸਮਰਥ ਨਹੀਂ ਪੈਸੇ ਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਕੇਸ ਨਹੀਂ ਚੱਲੇਗਾ ਅਦਾਲਤ ਵਿੱਚ। ਉਹਨਾਂ ਨੂੰ ਫ੍ਰੀ ਲੀਗਲ ਏਡ, ਫ੍ਰੀ ਕਾਨੂੰਨੀ ਸਹਾਇਤਾ ਪ੍ਰੋਵਾਈਡ ਕੀਤੀ ਜਾਵੇਗੀ, ਪ੍ਰਦਾਨ ਕੀਤੀ ਜਾਵੇਗੀ ਸਰਕਾਰ ਦੁਆਰਾ। ਆਰਟੀਕਲ 41 ਕੀ ਕਹਿੰਦਾ ਜੀ? ਕੰਮ ਕਰਨ, ਸਿੱਖਿਆ ਅਤੇ ਕੁਝ ਖਾਸ ਮਾਮਲਿਆਂ ਵਿੱਚ ਸਰਕਾਰੀ ਸਹਾਇਤਾ ਦੇ ਅਧਿਕਾਰ ਨੂੰ ਸੁਰੱਖਿਅਤ ਕਰਨਾ। ਠੀਕ ਹੈ ਨਾ, ਕੰਮ ਕਰਨ ਦਾ ਅਧਿਕਾਰ ਹੋਵੇ, ਸਿੱਖਿਆ ਦਾ ਅਧਿਕਾਰ ਹੋਵੇ ਅਤੇ ਕੁਝ ਖਾਸ ਮਾਮਲਿਆਂ ਵਿੱਚ ਸਰਕਾਰ ਤੁਹਾਨੂੰ ਕੀ ਕਰੇ? ਸਹਾਇਤਾ ਪ੍ਰੋਵਾਈਡ ਕਰੇ। ਸਹਾਇਤਾ ਕਿਸ ਰੂਪ ਵਿੱਚ? ਪੈਨਸ਼ਨ ਦੇ ਰੂਪ ਵਿੱਚ, ਜਿਸ ਤਰ੍ਹਾਂ। ਠੀਕ, ਜੇ ਕੋਈ ਬਜ਼ੁਰਗ ਆ ਜਾਂ ਕੋਈ ਬੇਰੁਜ਼ਗਾਰ ਆ ਜਾਂ ਕੋਈ ਬਿਮਾਰ ਆ ਜਾਂ ਕੋਈ ਅਪਾਹਜ ਆ, ਇਸ ਗਰਾਊਂਡ 'ਤੇ ਉਹਨਾਂ ਨੂੰ ਕੀ ਆ, ਕੁਛ ਨਾ ਕੁਛ ਪੈਸੇ ਦੇਵੇ ਸਰਕਾਰ, ਸਰਕਾਰੀ ਸਹਾਇਤਾ ਹੋ ਗਈ। ਹੁਣ ਆਹ ਦੇਖੋ ਨਾ, ਸਿੱਖਿਆ ਸਰਕਾਰ ਦੇਵੇ, ਇਹ ਗੱਲ ਕੀ ਆ? ਡਾਇਰੈਕਟਿਵ ਪ੍ਰਿੰਸੀਪਲ ਦੀ। ਤਾਂ ਫਿਰ ਬਾਅਦ ਵਿੱਚ ਕੀ ਆ, ਸਰਕਾਰ ਨੇ ਕਾਨੂੰਨ ਬਣਾ ਕੇ ਸਿੱਖਿਆ ਦਾ ਅਧਿਕਾਰ ਵੀ ਲਾਜ਼ਮੀ ਕਰਤਾ ਸੀ, ਘੱਟੋ ਘੱਟ 14 ਸਾਲ ਦੇ, 6 ਤੋਂ 14 ਸਾਲ ਦੇ ਬੱਚਿਆਂ ਤੱਕ, ਹੈ ਨਾ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜੀ। ਡਾਇਰੈਕਟਿਵ ਪ੍ਰਿੰਸੀਪਲ ਨੇ ਇਹ ਕਹਿ ਤਾ ਕਿ ਇਹ ਪ੍ਰਿੰਸੀਪਲ ਆ ਅਤੇ ਸਰਕਾਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਿੰਸੀਪਲਸ ਨੂੰ ਲਾਗੂ ਕਰਨਾ। ਅਤੇ ਕਈ ਪ੍ਰਿੰਸੀਪਲ ਲਾਗੂ ਕਰ ਵੀ ਦਿੱਤੇ ਆ, ਕਈਆਂ ਉੱਤੇ ਗੱਲਬਾਤ ਚੱਲਦੀ ਪਈ ਆ। ਹੁਣ ਜਦੋਂ ਸਰਕਾਰਾਂ ਕੋਲ ਸਫੀਸ਼ੀਐਂਟ
ਰਿਸੋਰਸਿਸ ਹੋਣਗੇ, ਪੈਸੇ ਹੋਣਗੇ ਤੇ ਆਮ ਜਨਤਾ ਵਿੱਚ ਪ੍ਰੋਪਰ ਕੰਸੈਂਸਸ ਜਾਂ ਸਹਿਮਤੀ ਕਹਿ ਦਈਏ ਹਿੰਦੀ ਵਿੱਚ, ਪੰਜਾਬੀ ਵਿੱਚ ਸਹਿਮਤੀ ਬਣ ਜਾਵੇਗੀ, ਉਸ ਵੇਲੇ ਸਰਕਾਰਾਂ ਇਹ ਕਾਨੂੰਨ ਬਣਾ ਲੈਣਗੀਆਂ। ਜਾਂ ਜਦੋਂ ਅਸੀਂ ਕਹਿ ਲਈਏ ਕਿ ਜਨਤਾ ਵਿੱਚ ਪ੍ਰੋਪਰ ਇਸ ਤਰ੍ਹਾਂ ਦਾ ਆਵਾਜ਼ ਬੁਲੰਦ ਹੋ ਜਾਵੇਗੀ ਵੀ ਆਹ ਕਾਨੂੰਨ ਸਾਨੂੰ ਚਾਹੀਦਾ ਹੀ ਚਾਹੀਦਾ ਆ, ਤਾਂ ਸਰਕਾਰਾਂ ਉਹ ਕਾਨੂੰਨ ਬਣਾ ਲੈਂਦੀਆਂ। ਉਹਨਾਂ ਨੂੰ ਮਜਬੂਰਨ ਉਹ ਕਾਨੂੰਨ ਬਣਾਉਣਾ ਪੈਣਾ। ਇਸ ਕਰਕੇ ਨਾ ਡੈਮੋਕ੍ਰੇਸੀ ਵਿੱਚ ਜਨਤਾ ਦੀ ਜਾਗ੍ਰਿਤੀ ਬਹੁਤ ਜ਼ਰੂਰੀ ਹੁੰਦੀ ਆ। ਜਨਤਾ ਜਾਗ੍ਰਿਤ ਹੋ ਜਾਏ, ਉਹ ਸਰਕਾਰਾਂ ਕੋਲੋਂ ਡਿਮਾਂਡ ਕਰੇ ਤਾਂ ਸਰਕਾਰ ਫਿਰ ਉਹਨਾਂ ਦੀ ਮੰਗ ਮੰਨਦੀ ਆ, ਨਹੀਂ ਤਾਂ ਕੀ ਹੋਣਾ, ਸਰਕਾਰਾਂ ਇਲੈਕਸ਼ਨ ਦੌਰਾਨ ਹਾਰ ਜਾਣਗੀਆਂ। ਠੀਕ ਹੈ ਜੀ, ਇਹ ਹੋ ਗਿਆ। ਅੱਗੇ ਹੈ ਜੀ ਆਰਟੀਕਲ 42। ਆਰਟੀਕਲ 42 ਕੀ ਕਹਿੰਦਾ? ਆਰਟੀਕਲ 42 ਕਹਿੰਦਾ ਕੰਮ ਅਤੇ ਜਣੇਪਾ ਰਾਹਤ ਲਈ ਨਿਆਂਪੂਰਨ ਅਤੇ ਮਨੁੱਖੀ ਸਥਿਤੀਆਂ ਦਾ ਪ੍ਰਬੰਧ। ਅੰਗਰੇਜ਼ੀ 'ਚ ਪੜ੍ਹ ਲਈਏ। ਪ੍ਰੋਵੀਜ਼ਨ ਫॉर ਜਸਟ ਐਂਡ ਹਿਊਮਨ ਕੰਡੀਸ਼ਨਸ ਫॉर ਵਰਕ ਐਂਡ ਮੈਟਰਨਿਟੀ ਰਿਲੀਫ। ਜਦੋਂ ਤੁਸੀਂ ਕੰਮ ਕਰਦੇ ਆ, ਕੰਮ ਦੇ ਦੌਰਾਨ ਵੀ ਤੁਹਾਨੂੰ ਸਹੀ ਕੰਡੀਸ਼ਨਾਂ ਦੇਣੀਆਂ, ਹਿਊਮਨ ਮਾਨਵਤਾ ਨੂੰ ਧਿਆਨ 'ਚ ਰੱਖਦੇ ਹੋਏ ਅਜਿਹੀਆਂ ਕੰਡੀਸ਼ਨਾਂ ਜਿਹੜੀਆਂ ਇਨਸਾਨ ਦੇ ਲਈ ਕੀ ਆ, ਜੇ ਆਪਾਂ ਕਹਿ ਲਈਏ ਕਿ ਮਿਨੀਮਮ ਜ਼ਰੂਰਤ ਹੁੰਦੀਆਂ, ਹਿਊਮਨ ਕੰਡੀਸ਼ਨ। ਬਹੁਤ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋਣੇ ਚਾਹੀਦੇ ਕਿ ਜਿੱਥੇ ਕੰਮ ਹੀ ਨਾ ਕਰ ਪਾਏ ਬੰਦਾ, ਹੈ ਨਾ, ਜਿੱਥੇ ਉਹਨਾਂ ਨੂੰ ਤਰਸਯੋਗ ਹਾਲਤ ਵਿੱਚ ਕੰਮ ਨਹੀਂ ਕਰਵਾ ਸਕਦੇ ਤੁਸੀਂ। ਜਸਟ ਐਂਡ ਹਿਊਮਨ ਕੰਡੀਸ਼ਨ, ਠੀਕ। ਨਿਆਂਪੂਰਨ ਅਤੇ ਮਨੁੱਖੀ ਸਥਿਤੀਆਂ ਤੇ ਨਾਲ ਮੈਟਰਨਿਟੀ ਰਿਲੀਫ, ਮਤਲਬ ਜਣੇਪੇ ਸੰਬੰਧੀ, ਠੀਕ ਹੈ, ਕੰਮ ਜਣੇਪੇ ਸੰਬੰਧੀ ਰਾਹਤ ਲਈ। ਜਿਸ ਤਰ੍ਹਾਂ ਮੰਨ ਲਓ ਕਿ ਕਿਤੇ ਕੰਮ 'ਤੇ ਕੋਈ ਔਰਤ ਕੰਮ ਕਰਦੀ ਆ ਅਤੇ ਉਸ ਵੇਲੇ ਜੇ ਉਹ ਪ੍ਰੈਗਨੈਂਟ ਆ ਤਾਂ ਉਹਨੂੰ ਪ੍ਰੋਪਰ ਮੈਟਰਨਿਟੀ ਰਿਲੀਫ ਵਗੈਰਾ ਦੇਣੀ। ਹੁਣ ਤੁਸੀਂ ਦੇਖੋਗੇ ਕਿ ਇਸ ਦੇ ਉੱਤੇ ਵੀ ਸਾਡੇ ਕੋਲ ਕਾਨੂੰਨ ਆ ਮੈਟਰਨਿਟੀ ਰਿਲੀਫ 'ਤੇ। ਠੀਕ ਹੈ ਜੀ। ਆਰਟੀਕਲ 43A ਕੀ ਕਹਿੰਦਾ? ਉਦਯੋਗਾਂ ਦੇ ਪ੍ਰਬੰਧਨ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ, ਦਾ ਪਾਰਟੀਸਪੇਸ਼ਨ ਆਫ ਵਰਕਰਸ ਇਨ ਦਾ ਮੈਨੇਜਮੈਂਟ ਆਫ ਇੰਡਸਟਰੀ। ਇਹ ਸਰਕਾਰੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾਇਓ ਕਿ ਜਿਹੜੇ ਮੈਨੇਜਮੈਂਟ ਦੇ ਵਿੱਚ ਵੀ ਵਰਕਰਸ ਦੀ ਪਾਰਟੀਸਪੇਸ਼ਨ ਹੋਵੇ। ਇਹ ਹੋ ਗਿਆ ਜੀ। ਅੱਗੇ ਹੈ ਜੀ ਪੋਸ਼ਣ ਦੇ ਪੱਧਰ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਜਨਤਕ ਸਿਹਤ ਵਿੱਚ ਸੁਧਾਰ ਕਰਨਾ। ਪੋਸ਼ਣ, ਨਿਊਟ੍ਰੀਸ਼ਨ ਨੂੰ ਚੱਕਣਾ ਉੱਚਾ, ਠੀਕ, ਤੇ ਸਟੈਂਡਰਡ ਆਫ ਲਿਵਿੰਗ ਨੂੰ ਉੱਚਾ ਚੱਕਣਾ, ਠੀਕ, ਤੇ ਜਨਤਕ ਸਿਹਤ, ਜਨਤਕ ਹੁੰਦਾ ਜੀ ਪਬਲਿਕ ਹੈਲਥ, ਆਮ ਜਨਤਾ ਤੱਕ ਕਹਿ ਲਓ ਤੁਸੀਂ। ਰੇਜ਼ਿੰਗ ਦਾ ਲੈਵਲ ਆਫ ਨਿਊਟ੍ਰੀਸ਼ਨ, ਦਾ ਸਟੈਂਡਰਡ ਆਫ ਲਿਵਿੰਗ ਐਂਡ ਟੂ ਇੰਪਰੂਵ ਪਬਲਿਕ ਹੈਲਥ। ਠੀਕ ਹੈ ਜੀ। ਇਹ ਸਿਧਾਂਤ ਹੋ ਗਏ ਤੁਹਾਡੇ ਸੋਸ਼ਲਿਸਟਿਕ ਪ੍ਰਿੰਸੀਪਲ, ਇਹ ਤੁਸੀਂ ਯਾਦ ਕਰ ਲੈਣੇ ਆ। ਅੱਗੇ ਹੈ ਜੀ ਗਾਂਧੀਵਾਦੀ ਸਿਧਾਂਤ। ਸੋਸ਼ਲਿਸਟਿਕ ਤਾਂ ਅਸੀਂ ਸਮਝ ਲਿਆ ਥੋੜ੍ਹਾ ਵੀ, ਵਿੱਚ ਸਮਾਜਵਾਦ ਦੀਆਂ ਗੱਲਾਂ ਹੁੰਦੀਆਂ, ਜਿਹਦੇ ਵਿੱਚ ਸੁਸਾਇਟੀ ਦੇ ਵਿੱਚ ਊਚ ਨੀਚ ਘਟਾਉਣ ਵਾਲੀਆਂ ਗੱਲਾਂ ਹੁੰਦੀਆਂ। ਹੁਣ ਗਾਂਧੀਵਾਦੀ ਸਿਧਾਂਤ ਦੇਖੋ, ਸੰਵਿਧਾਨ ਨਹੀਂ ਕਹਿੰਦਾ ਕਿ ਆਹ ਵਾਲੇ ਸਿਧਾਂਤ ਗਾਂਧੀਵਾਦੀ ਆ, ਪਰ ਫਿਰ ਵੀ ਜੋ ਗਾਂਧੀ ਜੀ ਦੇ ਸਿਧਾਂਤ ਸੀ ਉਹਨਾਂ ਨਾਲ ਤਾਲਮੇਲ ਖਾਂਦੇ ਹੋਏ ਕੁਛ ਪ੍ਰਿੰਸੀਪਲਸ ਆ ਸਾਡੇ ਕੋਲ, ਡਾਇਰੈਕਟਿਵ ਪ੍ਰਿੰਸੀਪਲਸ ਆ, ਅਤੇ ਇਸ ਲਈ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਇਹ ਗਾਂਧੀਅਨ ਪ੍ਰਿੰਸੀਪਲਸ ਆ। ਦੇਖੋ ਜੀ, ਪਹਿਲਾਂ ਸਾਨੂੰ ਗਾਂਧੀਅਨ ਵਿਚਾਰਧਾਰਾ ਸਮਝਣੀ ਪੈਣੀ ਆ, ਕੁਛ ਗੱਲਾਂ ਦੇਖਣੀਆਂ ਪੈਣੀਆਂ। ਗਾਂਧੀਵਾਦੀ ਵਿਚਾਰਧਾਰਾ। ਭਾਰਤੀ ਰਾਸ਼ਟਰੀ ਅੰਦੋਲਨ ਦੌਰਾਨ ਗਾਂਧੀ ਜੀ ਨੇ ਪੁਨਰ ਨਿਰਮਾਣ ਦਾ ਪ੍ਰੋਗਰਾਮ ਦਿੱਤਾ ਸੀ। ਪੁਨਰ ਨਿਰਮਾਣ, ਅਸੀਂ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਦੁਬਾਰਾ ਤੋਂ ਨਿਰਮਾਣ ਕਰਾਂਗੇ, ਜਿਹਦੇ ਵਿੱਚ ਆਹ ਗੱਲਾਂ ਹੋਣਗੀਆਂ। ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਸੀ। ਗਾਂਧੀਵਾਦੀ ਸਿਧਾਂਤ ਇਸ ਉਪਰੋਕਤ ਪ੍ਰੋਗਰਾਮ ਨੂੰ ਦਰਸਾਉਂਦੇ ਹਨ। ਠੀਕ ਹੈ ਨਾ। ਇਸ ਪ੍ਰੋਗਰਾਮ ਦੇ ਵਿੱਚ ਜੋ ਗਾਂਧੀ ਜੀ ਨੇ ਗੱਲਾਂ ਕਹੀਆਂ ਸੀਗੀਆਂ, ਤਾਂ ਉਹੀ ਗੱਲਾਂ ਫਿਰ ਅਸੀਂ ਡਾਇਰੈਕਟਿਵ ਪ੍ਰਿੰਸੀਪਲਸ ਵਿੱਚ ਲੈ ਆਉਂਦੀਆਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਆ ਜਦੋਂ ਆਪਾਂ ਆਪਣੇ ਦੇਸ਼ ਦਾ ਪੁਨਰ ਨਿਰਮਾਣ ਕਰਨਾ। ਕੀ ਹੈ ਜੀ ਇਹਨਾਂ ਸਿਧਾਂਤਾਂ ਵਿੱਚ ਸ਼ਾਮਲ ਕੁਝ ਗੱਲਾਂ ਦੇਖ ਲੈਂਦੇ ਹਾਂ ਜੀ। ਆਰਟੀਕਲ 40 ਕੀ ਕਹਿੰਦਾ? ਆਰਟੀਕਲ 40 ਪਿੰਡ ਦੀਆਂ ਪੰਚਾਇਤਾਂ ਦਾ ਸੰਗਠਨ। ਇਹ ਗਾਂਧੀ ਜੀ ਦਾ ਵਿਚਾਰ ਸੀ ਕਿ ਪੰਚਾਇਤਾਂ ਹੋਣੀਆਂ ਚਾਹੀਦੀਆਂ ਆ। ਆਰਟੀਕਲ 40 ਵਿੱਚ ਫਿਰ ਇਸ ਕਰਕੇ ਇੱਕ ਸਿਧਾਂਤ ਪਾ ਦਿੱਤਾ ਗਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਬਣ ਗਈਆਂ। ਇਹ ਯਾਦ ਰੱਖੋ ਕਿ ਜਦੋਂ ਸੰਵਿਧਾਨ ਬਣਿਆ ਸੀ ਨਾ ਸਾਡਾ, ਉਸ ਵੇਲੇ 2 ਲੈਵਲ 'ਤੇ ਹੀ ਸਰਕਾਰਾਂ ਸੀ, ਸੈਂਟਰਲ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ। ਪੰਚਾਇਤਾਂ ਡਾਇਰੈਕਟਿਵ ਪ੍ਰਿੰਸੀਪਲ ਵਿੱਚ ਪਾ ਦਿੱਤੀਆਂ ਗਈਆਂ ਸੀਗੀਆਂ। ਕੁਝ ਸਟੇਟਾਂ ਨੇ ਪੰਚਾਇਤਾਂ ਦਾ ਨਿਰਮਾਣ ਵੀ ਕੀਤਾ, ਪਰ ਸੰਵਿਧਾਨਿਕ ਰੂਪ ਵਿੱਚ ਪੰਚਾਇਤਾਂ ਦਾ ਨਿਰਮਾਣ 1991-92 ਤੋਂ ਬਾਅਦ 'ਚ ਸ਼ੁਰੂ ਹੋਇਆ। ਠੀਕ, ਅੱਛਾ। ਪੰਚਾਇਤਾਂ ਦਾ ਸੰਗਠਨ, ਗਾਂਧੀਵਾਦੀ ਪ੍ਰਿੰਸੀਪਲ।
ਆਰਟੀਕਲ 43 ਕੀ ਕਹਿੰਦਾ, ਕਾਟੇਜ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ। ਗਾਂਧੀ ਜੀ ਵੀ ਇਹੀ ਕਹਿੰਦੇ ਸੀ। ਕਾਟੇਜ ਉਦਯੋਗ ਹੁੰਦੇ ਜੀ, ਦੇਖੋ ਜਿੱਦਾਂ ਨਾ ਕਿਸੇ ਦਾ ਇੱਕ ਛੋਟਾ ਜਿਹਾ ਝੌਂਪੜਾ ਆ, ਹੈ ਨਾ, ਉਹ ਝੌਂਪੜੇ ਵਿੱਚ ਹੀ ਕੁਛ ਨਾ ਕੁਛ ਆਪਣਾ ਧੰਦਾ ਸ਼ੁਰੂ ਕਰਤਾ ਉਹਨਾਂ ਨੇ। ਇਸ ਤਰ੍ਹਾਂ ਦਾ ਧੰਦਾ ਜਿੱਥੇ ਪਰਿਵਾਰਿਕ ਮੈਂਬਰ ਹੀ ਸ਼ਾਮਿਲ ਹੁੰਦੇ ਆ ਜਨਰਲੀ। ਉਹੀ ਧਾਗੇ ਵਗੈਰਾ ਕੱਤ ਕੇ, ਚਰਖਾ ਕੱਤ ਕੇ, ਹੈ ਨਾ, ਧਾਗਿਆਂ ਨਾਲ ਕੁਛ ਨਾ ਕੁਛ ਬਣਾ ਲੈਂਦੇ ਆ, ਜਿਹੜੇ ਵਿੱਚ ਬਹੁਤ ਹੀ ਘੱਟ ਬੰਦੇ, ਤੁਸੀਂ ਮਤਲਬ ਬੰਦੇ ਮਜ਼ਦੂਰੀ ਦੇ ਵਿੱਚ ਬਾਹਰੋਂ ਕਿਰਾਏ 'ਤੇ ਬੰਦੇ ਨਹੀਂ ਹਾਇਰ ਕਰਦੇ। ਹਾਇਰ ਮਤਲਬ ਕਿ ਤੁਸੀਂ ਕਿਸੇ ਨੂੰ ਮਜ਼ਦੂਰੀ ਨਹੀਂ ਦਿੰਦੇ, ਤੁਸੀਂ ਆਪਣੇ ਘਰ ਦੇ ਬੰਦੇ ਹੀ ਮਿਲ ਕੇ ਕੁਛ ਨਾ ਕੁਛ ਉਦਯੋਗ ਸ਼ੁਰੂ ਕਰ ਲੈਂਦੇ ਆ, ਛੋਟੇ ਲੈਵਲ ਦਾ ਉਦਯੋਗ, ਉਹਨੂੰ ਕਹਿੰਦੇ ਜੀ ਕਾਟੇਜ ਉਦਯੋਗ। ਤਾਂ ਇਸ ਤਰ੍ਹਾਂ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਇਹ ਵੀ ਗਾਂਧੀਅਨ ਪ੍ਰਿੰਸੀਪਲ ਆ। ਇਹ ਸਾਰੇ ਰੱਟੇ ਲਾ ਲੈਣੇ ਤੁਸੀਂ। ਆਰਟੀਕਲ 43B ਕੀ ਕਹਿੰਦਾ, ਸਹਿਕਾਰੀ ਸਭਾਵਾਂ ਨੂੰ ਉਤਸ਼ਾਹਿਤ ਕਰਨਾ। ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਜਿਹੜੀਆਂ, ਉਹਨਾਂ ਨੂੰ ਉਤਸ਼ਾਹਿਤ ਕਰਨਾ। ਸਹਿਕਾਰੀ ਸਭਾਵਾਂ, ਕੋਆਪਰੇਟਿਵ ਸੁਸਾਇਟੀਜ਼। ਪਿੰਡਾਂ ਵਿੱਚ ਨਾ ਇਸ ਤਰ੍ਹਾਂ ਦੇ ਇੱਕ ਦੂਜੇ ਦੇ ਸਹਿਯੋਗ ਨਾਲ ਸੁਸਾਇਟੀਆਂ ਬਣ ਜਾਂਦੀਆਂ ਆ। ਉਹ ਫਿਰ ਪੈਸੇ ਇਕੱਠੇ ਵਗੈਰਾ ਕਰਦੇ ਆ, ਫਿਰ ਉਹ ਪੈਸੇ ਬੈਂਕਾਂ 'ਚ ਦਿੰਦੇ ਆ, ਫਿਰ ਇਕੱਠੇ ਲੋਨ ਲੈਂਦੇ ਆ। ਇਸ ਤਰ੍ਹਾਂ ਦੀਆਂ ਸੁਸਾਇਟੀਆਂ ਨੂੰ ਉਤਸ਼ਾਹਿਤ ਕਰਨਾ। ਠੀਕ ਹੈ ਜੀ। ਆਰਟੀਕਲ 46 ਕੀ ਕਹਿੰਦਾ, ਇਹ ਬਹੁਤ ਇੰਪੋਰਟੈਂਟ ਆਰਟੀਕਲ ਆ, ਇਹਨੂੰ ਯਾਦ ਕਰ ਲਓ। ਆਰਟੀਕਲ 46 ਕਹਿੰਦਾ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੇ ਵਿਦਿਅਕ ਅਤੇ ਆਰਥਿਕ, ਐਜੂਕੇਸ਼ਨਲ ਐਂਡ ਇਕਨੋਮਿਕ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਸਰਕਾਰ ਨੇ ਕੁਝ ਨਾ ਕੁਝ ਪਾਲਿਸੀਆਂ ਲੈ ਕੇ ਆਉਣੀਆਂ। ਇਹ ਦੇਖੋ ਵਰਡਿੰਗ ਦੇਖੋ, ਹੋਰ ਕਮਜ਼ੋਰ ਵਰਗ। ਹੋਰ ਕਮਜ਼ੋਰ ਵਰਗ ਦੀ ਕੋਈ ਡੈਫੀਨੇਸ਼ਨ ਨਹੀਂ ਦਿੱਤੀ, ਹੋਰ ਕਮਜ਼ੋਰ ਵਰਗ ਦੀ ਕੋਈ ਡੈਫੀਨੇਸ਼ਨ ਨਹੀਂ ਦਿੱਤੀ। ਇਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਆ। ਇਹ ਗੱਲਾਂ ਨਾ ਹੁਣ ਇਹਨਾਂ ਦੀ ਹੁਣ ਕੀ ਡੈਫੀਨੇਸ਼ਨ ਆ, ਇਹ ਤਾਂ ਹੁਣ ਅਦਾਲਤਾਂ ਵਗੈਰਾ ਤੈਅ ਕਰਦੀਆਂ ਜੀ, ਦੱਸਦੀਆਂ ਵੀ ਆਹ ਬਚਾ ਸਕਦੇ ਆ ਸਮਾਜ ਦੇ ਕਮਜ਼ੋਰ ਵਰਗ। ਅਤੇ ਇਸੇ ਹੀ ਆਰਟੀਕਲ ਨੂੰ ਯੂਜ਼ ਕਰਦੇ ਹੋਏ ਤੁਹਾਡਾ ਨਾ ਜਿਹੜਾ ਆਪਣਾ ਇਕਨੋਮਿਕਲੀ ਪਿਛੜੇ ਹੋਏ ਜਿਹੜੇ ਲੋਕ ਆ, ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਆ। ਉੱਥੇ ਇਹ ਆਰਟੀਕਲ ਦਾ ਮਤਲਬ ਵੀ ਕੱਢਿਆ ਗਿਆ ਕਿ ਸੰਵਿਧਾਨ ਆਰਟੀਕਲ 43 ਕਹਿੰਦਾ ਆ ਕਿ ਕਮਜ਼ੋਰ ਵਰਗਾਂ ਲਈ ਕੀ ਆ, ਸਪੈਸ਼ਲ ਪ੍ਰੋਵੀਜ਼ਨਸ ਲੈ ਕੇ ਆਉਣੀਆਂ। ਠੀਕ, ਕਿਹੜੇ ਕਿਹੜੇ ਆਧਾਰ ਆ ਜੀ, ਵਿਦਿਅਕ ਅਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਉਣਾ। ਠੀਕ ਹੈ ਜੀ। ਆਰਟੀਕਲ 46 ਇੰਪੋਰਟੈਂਟ ਆਰਟੀਕਲ ਹੈ ਇਹ। ਆਰਟੀਕਲ 47 ਕੀ ਕਹਿੰਦਾ ਜੀ, ਨਸ਼ੀਲੇ ਪਦਾਰਥਾਂ ਦੀ ਖਪਤ ਨੂੰ ਰੋਕਣਾ, ਇਸ ਲਈ ਪਾਲਿਸੀਆਂ ਲੈ ਕੇ ਆਉਣੀਆਂ। ਇਹਨਾਂ ਵਿੱਚੋਂ ਚਿਕਿਤਸਕ ਉਦੇਸ਼ਾਂ ਨੂੰ ਛੱਡ ਕੇ, ਜੇ ਕੋਈ ਨਸ਼ੀਲਾ ਪਦਾਰਥ ਮੈਡੀਸਿਨਲ ਯੂਜ਼ ਲਈ, ਚਿਕਿਤਸਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ, ਉਸ ਨੂੰ ਛੱਡ ਕੇ ਅਦਰਵਾਈਜ਼ ਨਸ਼ੀਲੇ ਪਦਾਰਥਾਂ ਦਾ ਕੀ ਹੈ, ਖਪਤ ਵਗੈਰਾ ਨੂੰ ਰੋਕਣਾ। ਇਹ ਸਰਕਾਰ ਦਾ ਫਰਜ਼ ਹੈ ਜੀ। ਅਗਲਾ ਆਰਟੀਕਲ ਹੈ ਜੀ ਆਰਟੀਕਲ 48। ਇਹ ਕਹਿੰਦਾ ਜੀ, ਗਾਵਾਂ ਅਤੇ ਵੱਛਿਆਂ ਅਤੇ ਹੋਰ ਦੁਧਾਰੂ ਅਤੇ ਡ੍ਰੌਟ ਪਸ਼ੂਆਂ, ਡ੍ਰੌਟ ਐਨੀਮਲਸ। ਦੇਖੋ ਗਾਵਾਂ ਹੋ ਗਈਆਂ, ਬੱਚੇ ਹੋ ਗਏ ਅਤੇ ਹੋਰ ਅਜਿਹੇ ਜਾਨਵਰ ਜਿਹੜੇ ਸਾਨੂੰ ਦੁੱਧ ਦਿੰਦੇ ਆ, ਅਤੇ ਇਹਨਾਂ ਦੇ ਨਾਲ ਨਾਲ ਡ੍ਰੌਟ ਪਸ਼ੂ, ਡ੍ਰੌਟ ਐਨੀਮਲਸ। ਠੀਕ ਹੈ ਨਾ। ਡ੍ਰੌਟ ਐਨੀਮਲਸ ਉਹ ਹੁੰਦੇ ਆ ਜੀ ਜਿਹੜੇ, ਜਿਸ ਤਰ੍ਹਾਂ ਜਿਹੜੇ ਸਾਨੂੰ ਜਿੱਦਾਂ ਆਪਾਂ ਟਾਂਗਾ ਵਗੈਰਾ ਖਿੱਚਦੇ ਆ, ਰੇੜਾ ਖਿੱਚਦੇ ਆ, ਮਿੱਟੀ ਮੁੱਟੀ ਢੋਣ ਲਈ ਅਸੀਂ ਵਰਤਦੇ ਹਾਂ, ਖੇਤਾਂ 'ਚ ਹਲ ਚਲਾਉਣ ਲਈ ਵਰਤਦੇ ਹਾਂ। ਅਜਿਹੇ ਜਾਨਵਰ ਜਿਹੜੇ ਸਾਡੇ ਕੰਮ ਆਉਂਦੇ ਆ, ਜਿਨ੍ਹਾਂ ਦੀ ਮਜ਼ਦੂਰੀ ਤੋਂ ਅਸੀਂ ਫਾਇਦਾ ਲੈਂਦੇ ਹਾਂ, ਸਾਨੂੰ ਫਾਇਦਾ ਦਿੰਦੇ ਆ ਜਿਹੜੇ, ਉਹਨਾਂ ਨੂੰ ਕਹਿੰਦੇ ਡ੍ਰੌਟ ਐਨੀਮਲਸ। ਇਹਨਾਂ ਦੀ ਸਲੌਟਰਿੰਗ 'ਤੇ ਪਾਬੰਦੀ, ਇਹਨਾਂ ਦੇ ਕਤਲ 'ਤੇ ਪਾਬੰਦੀ ਲਾਉਣੀ। ਉਹਨਾਂ ਦੀਆਂ ਨਸਲਾਂ ਦੀ ਸੰਭਾਲ ਅਤੇ ਸੁਧਾਰ ਕਰਨਾ, ਜੋ ਉਹਨਾਂ ਦੀਆਂ ਨਸਲਾਂ ਨਾ, ਬਰੀਡ ਆ, ਉਹਨਾਂ ਨੂੰ ਸੰਭਾਲ ਕਰਨਾ, ਜਿਹੜੀ ਸਾਡੀ ਇੰਡੀਜੀਨਸ ਵੈਰਾਇਟੀਜ਼ ਆ, ਅਤੇ ਉਹਨਾਂ ਦੀ ਨਸਲਾਂ ਵਿੱਚ ਹੋਰ ਸੁਧਾਰ ਕਰਨਾ। ਅਜਿਹੇ ਕੰਮ ਕਰਨੇ। ਠੀਕ ਹੈ ਜੀ। ਅਤੇ ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।